ਕੰਪਿਊਟਰ ਸਿੱਖਿਆ ਤੋਂ ਕੋਈ ਰਹਿ ਨਾ ਜਾਏ ਵਾਂਝਾ। ਇਹ ਹੈ ਮੇਰਾ ਸਿੱਖਿਆ ਵਿਭਾਗ ਨਾਲ ਉਪਰਾਲਾ ਸਾਂਝਾ। Nobody can left behind without computer education. This is my joint venture with Department of School Education Punjab. My dear students, welcome to my virtual classroom. This is Ranjit Singh, Computer Faculty at Department of School Education Punjab. Here we are committed to provide a quality of computer education for the betterment as well as for the bright future of our lovely students. Hello my dear students, how are you all? This is your computer teacher Ranjit Singh. Please watch my virtual class till the last minute of this session so that you can understand each and every concept of this session. So follow me. ਪਿਆਰੇ ਵਿਦਿਆਰਥੀਓ, ਅੱਜ ਅਸੀਂ 12ਵੀਂ ਕਲਾਸ ਦਾ ਕੰਪਿਊਟਰ ਸਾਇੰਸ ਦਾ ਵਿਸ਼ਾ ਡਿਸਕਸ ਕਰਨੇ ਜਾ ਰਹੇ ਹਾਂ, ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਵਿੱਚ ਅਸੀਂ ਅੱਜ ਰਿਵਿਊ ਐਂਡ ਇੰਟਰੋਡਕਸ਼ਨ ਟੂ ਪ੍ਰੋਗਰਾਮਿੰਗ ਇਨ C ਲੈਂਗੁਏਜ ਬਾਰੇ ਡਿਸਕਸ ਕਰਾਂਗੇ, ਜਿਹੜਾ ਕਿ ਤੁਸੀਂ ਆਲਰੇਡੀ +1 ਕਲਾਸ ਦੇ ਵਿੱਚ ਵੀ ਪੜ੍ਹ ਚੁੱਕੇ ਹੋ। ਸੋ ਮਾਈ ਡੀਅਰ ਸਟੂਡੈਂਟ, ਇਸ ਦੇ ਵਿੱਚ ਸਾਡੇ ਕੋਲ 5 ਟੌਪਿਕ ਹਨ। ਨੰਬਰ 1 ਬੇਸਿਕ ਆਫ C ਲੈਂਗੁਏਜ, ਨੰਬਰ 2 ਸਿੰਟੈਕਸ, ਨੰਬਰ 3 ਡਾਟਾ ਟਾਈਪਸ, ਨੰਬਰ 4 ਵੇਰੀਏਬਲਸ ਐਂਡ ਨੰਬਰ 5 ਸਟਰਕਚਰ ਆਫ C ਪ੍ਰੋਗਰਾਮ। ਇਹ 5 ਟੌਪਿਕ ਅਸੀਂ ਅੱਜ ਡਿਸਕਸ ਕਰਾਂਗੇ one by one. So C is the mother of all programming languages and is the most prominent programming languages. C ਪ੍ਰੋਗਰਾਮ ਲੈਂਗੁਏਜ ਜੋ ਹੈ ਉਹ ਸਾਰੀਆਂ ਲੈਂਗੁਏਜ ਦੀ ਮਦਰ ਕਹਿਲਾਈ ਜਾਂਦੀ ਹੈ, ਕਿਉਂਕਿ ਇਸ ਦੇ ਬਹੁਤ ਜ਼ਿਆਦਾ ਫੀਚਰਸ ਹਨ। ਇਸ ਕਰਕੇ ਇਸ ਨੂੰ ਮਦਰ ਆਫ ਆਲ ਲੈਂਗੁਏਜਸ ਕਿਹਾ ਜਾਂਦਾ ਹੈ। ਇਨ ਇੰਟਰੋਡਕਸ਼ਨ, C ਭਾਸ਼ਾ ਦਾ ਡਿਜ਼ਾਈਨ 1970 ਤੋਂ ਪਹਿਲਾਂ ਵੈਲ ਲੈਬੋਰਟਰੀਜ਼ ਵਿੱਚ ਡੈਨਿਸ ਰਿਚੀਸ ਵੱਲੋਂ ਕੀਤਾ ਗਿਆ ਸੀ। C ਜਿਸ ਨੂੰ B ਕਿਹਾ ਜਾਂਦਾ ਸੀ ਦਾ ਪੂਰਵ ਰੂਪਾਂਤਰ ਕੇਨ ਥੌਮਸਨ ਵੱਲੋਂ ਲਿਖਿਆ ਗਿਆ ਸੀ, ਜਿਸ ਨੇ ਇਸ ਨੂੰ ਮਾਰਟਿਨ ਰਿਚਰਡਸ ਦੀ BCPL ਬੇਸਿਕ ਕੰਬਾਈਨਡ ਪ੍ਰੋਗਰਾਮ ਲੈਂਗੁਏਜ ਤੋਂ ਅਪਣਾਇਆ ਸੀ। ਡੈਨਿਸ ਰਿਚੀ ਦੀ C ਭਾਸ਼ਾ ਅਤੇ BCPL ਦਾ ਅਧਿਐਨ ਕੀਤਾ ਗਿਆ ਅਤੇ ਇਸ ਵਿੱਚ ਡਿਵੈਲਪਮੈਂਟ ਕੀਤੀ ਗਈ ਅਤੇ ਇਸ ਨੂੰ ਨਾਮ ਦਿੱਤਾ C, ਜੋ ਕਿ BCPL ਦਾ ਦੂਜਾ ਅੱਖਰ ਹੈ। ਸੋ ਇਹ ਹੈ ਇਸ ਦੀ ਇੰਟਰੋਡਕਸ਼ਨ, ਜਿਹੜੀ ਕਿ 1970 ਤੋਂ ਪਹਿਲਾਂ ਵੈਲ ਲੈਬੋਰਟਰੀ ਵਿੱਚ ਡੈਨਿਸ ਰਿਚੀ ਵੱਲੋਂ ਇਸ ਦਾ ਡਿਜ਼ਾਈਨ ਕੀਤਾ ਗਿਆ ਸੀ। ਸੋ we have now features of C program language. It's a simple and efficient. ਇਸ ਦੀ ਦੂਜੀ ਜੋ ਵਿਸ਼ੇਸ਼ਤਾ ਹੈ that is speed. ਨੰਬਰ 3 ਇਸ ਦੀ ਜੋ ਵਿਸ਼ੇਸ਼ਤਾ ਹੈ ਜਾਂ ਫੀਚਰ ਹੈ modularity. Structured language ਬੜੀ ਅੱਛੀ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ। Portability, light in weight, ਟ੍ਰਾਂਸਫਰ ਕਰਨ ਲਈ ਬੜੀ ਈਜ਼ੀ ਹੈ। Extensions of libraries popular ਹੈ। Dynamism है and this is a case sensitive language. Case sensitive means ਇਸ ਦੇ ਅਗਰ ਛੋਟੇ ਅੱਖਰ 'ਚ ਲਿਖਾਂਗੇ ਉਸ ਦਾ ਮੀਨਿੰਗ ਅਲੱਗ ਹੈ। if we type in capital letter ਉਸ ਦਾ ਮਤਲਬ ਕੁਝ ਹੋਰ ਹੋਏਗਾ। So now we have the application of C. The application of C are not only limited to the development of operating systems like Windows or Linux, but also in the development of graphical user interface and integrated development environments. C ਜੋ ਲੈਂਗੁਏਜ ਹੈ, ਇਸ ਦੇ ਵਿੱਚ ਅਸੀਂ ਓਪਰੇਟਿੰਗ ਸਿਸਟਮ ਵੀ ਬਣਾ ਸਕਦੇ ਹਾਂ, ਗ੍ਰਾਫਿਕਸ ਯੂਜ਼ਰ ਇੰਟਰਫੇਸ ਵੀ ਬਣਾ ਸਕਦੇ ਹਾਂ, ਗੂਗਲ, ਮੋਜ਼ਿਲਾ ਕੰਪਾਈਲਰ ਵੀ ਡਿਜ਼ਾਈਨ ਕਰ ਸਕਦੇ ਹਾਂ। ਮੋਰ ਓਵਰ ਵੀ ਕੈਨ ਡਿਜ਼ਾਈਨ ਦਾ ਪ੍ਰੋਗਰਾਮਿੰਗ of gaming applications. ਸੋ ਇਹ ਇਸ ਦੀਆਂ
ਬਹੁਤ ਸਾਰੀਆਂ ਐਪਲੀਕੇਸ਼ਨ ਹੈ, ਜਿਸ ਕਰਕੇ ਇਹ ਬਹੁਤ ਪਪੂਲਰ ਹੈ। ਇਸ ਦੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ। ਸੋ ਮਾਈ ਡੀਅਰ ਸਟੂਡੈਂਟਸ, ਸੀ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਕੇ ਅਸੀਂ ਆਪਣੇ ਫਿਊਚਰ ਵਿੱਚ ਇਸ ਦੇ ਬਹੁਤ ਜ਼ਿਆਦਾ ਫਾਇਦੇ ਲੈ ਸਕਦੇ ਹਾਂ। ਸੋ ਨਾਓ ਕਰੈਕਟਰ ਸੈਟ ਇਨ ਸੀ। ਪ੍ਰਾਕਿਰਤਿਕ ਭਾਸ਼ਾਵਾਂ ਦੀ ਤਰ੍ਹਾਂ ਕੰਪਿਊਟਰ ਭਾਸ਼ਾਵਾਂ ਦੇ ਚੰਗੇ ਪਰਿਭਾਸ਼ਿਤ ਕੀਤੇ ਚਿੰਨ੍ਹ, ਸੈੱਟ ਅਤੇ ਵਿਆਕਰਣ ਨਿਯਮ ਹੁੰਦੇ ਹਨ, ਜਿਨ੍ਹਾਂ ਨੂੰ ਅਕਸਰ ਸਿੰਟੈਕਸ ਜਾਂ ਵਾਕ ਰਚਨਾ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਚਿੰਨ੍ਹ ਸੈੱਟ ਦੇ ਦੋ ਸੈੱਟ ਹੁੰਦੇ ਹਨ। ਉਹ ਹਨ ਐਲਫਾਬੈਟਸ capital A to B and small a to Z, capital A to Z and small a to Z, digits 0 to 9, and we have the special symbols like hash, exclamation sign and other. Escape character in C. ਕੀਬੋਰਡ ਤੇ ਦਰਸਾਏ ਚਿੰਨ੍ਹ ਪ੍ਰਿੰਟ ਕੀਤੇ ਜਾ ਸਕਦੇ ਹਨ ਜਾਂ ਇਹ ਕੀ ਦਬਾ ਕੇ ਸਕਰੀਨ ਤੇ ਪ੍ਰਦਰਸ਼ਿਤ ਕੀਤੇ ਜਾ ਸਕਦੇ ਹਨ, ਪਰੰਤੂ ਕੁਝ ਲੱਛਣ ਜਿਵੇਂ ਲਾਈਨ, ਫੀਡ, ਫਾਰਮ ਆਦਿ ਨੂੰ ਨਾ ਤਾਂ ਛਾਪ ਸਕਦੇ ਹਾਂ ਤੇ ਨਾ ਹੀ ਪ੍ਰਦਰਸ਼ਿਤ ਕਰ ਸਕਦੇ ਹਾਂ। ਸੋ ਇਹਨਾਂ ਲਈ ਸਾਡੇ ਇੱਕ ਸਾਧਨ ਪ੍ਰਦਾਨ ਕੀਤਾ ਹੈ। ਅਜਿਹੇ ਚਿੰਨ੍ਹਾਂ ਨੂੰ ਅਸੀਂ ਪ੍ਰਾਪਤ ਕਰਨ ਲਈ ਜਿਹੜੇ ਦਿਖਾਈ ਨਹੀਂ ਦਿੰਦੇ ਨੂੰ ਐਸਕੇਪ ਚਿੰਨ੍ਹਾਂ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਵਾਈਟ ਸਪੇਸ ਕਰੈਕਟਰ ਇਨ ਸੀ। ਕੋਈ ਵੀ ਚਿੰਨ੍ਹ ਜਿਹੜੇ ਪ੍ਰਿੰਟ ਕਰਨ ਤੇ ਖਾਲੀ ਸਥਾਨ ਪੇਸ਼ ਕਰਦੇ ਹਨ ਉਹਨੂੰ ਵਾਈਟ ਸਪੇਸ ਕਰੈਕਟਰ ਕਿਹਾ ਜਾਂਦਾ, ਜਿਵੇਂ ਕਿ ਸਪੇਸ, ਟੈਬ, ਨਵੀਆਂ ਲਾਈਨਾਂ ਅਤੇ ਟਿੱਪਣੀਆਂ ਜਾਂ ਕਮੈਂਟਸ ਆਦਿ। These all are called the white space characters. So dear student, now we have the syntax. Syntax ਮੂਲ ਰੂਪ ਵਿੱਚ ਇੱਕ ਪ੍ਰੋਗਰਾਮ ਲਿਖਣ ਸਮੇਂ ਪਾਲਣ ਕੀਤੇ ਜਾਣ ਵਾਲੇ ਪ੍ਰੋਟੋਕਾਲ ਦਾ ਹਵਾਲਾ ਦਿੰਦਾ ਹੈ। The way of writing is called syntax. ਆਉਟਪੁੱਟ ਦਾ ਲੋੜੀਂਦਾ ਸਮੂਹ ਪ੍ਰਾਪਤ ਕਰਨ ਲਈ ਕੋਡਿੰਗ ਕਰਨ ਵੇਲੇ ਸਹੀ ਸਿੰਟੈਕਸ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸੀ ਮੁੱਢਲੇ ਸਿੰਟੈਕਸ ਵਿੱਚ ਸਿਰਲੇਖ, ਫਾਈਲਾਂ, ਮੁੱਖ ਕਾਰਜਾਂ ਅਤੇ ਪ੍ਰੋਗਰਾਮ ਕੋਡ ਹੁੰਦੇ ਹਨ। ਇਹ ਸੀ ਪ੍ਰੋਗਰਾਮ ਦਾ ਸਭ ਤੋਂ ਬੁਨਿਆਦੀ ਢਾਂਚਾ ਹੈ। ਇੱਕ ਸੀ ਪ੍ਰੋਗਰਾਮ ਵਿੱਚ ਜ਼ਰੂਰੀ ਤੌਰ 'ਤੇ ਮੁੱਖ ਕਾਰਜ ਸ਼ਾਮਲ ਹੁੰਦੇ ਹਨ, ਕਿਉਂਕਿ ਪ੍ਰੋਗਰਾਮਾਂ ਦੀ ਕਾਰਜਸ਼ੀਲਤਾ ਇਸ ਲਾਈਨ ਤੋਂ ਸ਼ੁਰੂ ਹੁੰਦੀ ਹੈ। ਮੇਨ ਫੰਕਸ਼ਨ ਤੋਂ ਬਿਨਾਂ ਪ੍ਰੋਗਰਾਮ ਲਾਗੂ ਨਹੀਂ ਹੁੰਦਾ। ਸੋ ਸਿੰਟੈਕਸ ਇਜ਼ ਕਾਲਡ ਦ ਵੇ ਆਫ ਰਾਈਟਿੰਗ। ਇਹ ਪ੍ਰੋਟੋਕੋਲਸ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਫੋਲੋ ਕਰਨਾ ਹੁੰਦਾ ਹੈ। ਜੇ ਸਾਡਾ ਸਿੰਟੈਕਸ ਸਹੀ ਨਹੀਂ ਹੋਊਗਾ ਤਾਂ ਉਸ ਦੇ ਵਿੱਚ ਐਰਰ ਆਊਗਾ ਅਤੇ ਜੋ ਸਾਨੂੰ ਆਊਟਪੁੱਟ ਚਾਹੀਦੀ ਆ ਉਹ ਸਾਨੂੰ ਮਿਲ ਨਹੀਂ ਪਾਊਗੀ। ਸੋ ਇਸ ਨੂੰ ਫੋਲੋ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਇਹ ਕੁਛ ਬੇਸਿਕ ਸਿੰਟੈਕਸ ਦਾ ਇੱਕ ਡਾਇਗਰਾਮ ਤੁਹਾਨੂੰ ਦਿਖਾਈ ਗਈ ਹੈ। ਨੰਬਰ 1 ਹੈਡਰ ਫਾਈਲਸ ਹੁੰਦਾ ਹੈ, ਨੰਬਰ 2 ਮੇਨ ਫੰਕਸ਼ਨ, then token in C, comments, white spaces in C, semicolon in C. ਇਸ ਦੇ ਵਿੱਚ ਤੁਹਾਨੂੰ ਸਟੈਪ ਬਾਈ ਸਟੈਪ ਦੱਸਿਆ ਗਿਆ ਹੈ ਕਿ ਪ੍ਰੋਗਰਾਮ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ ਹੈ। ਜੇ ਇਸ ਨੂੰ ਅਸੀਂ ਫੋਲੋ ਨਹੀਂ ਕਰਦੇ ਜਾਂ ਕਿਤੇ ਸੈਮੀਕੋਲਨ ਐਂਡ ਦੇ ਵਿੱਚ ਨਹੀਂ ਲਗਾਈ ਤਾਂ ਐਰਰ ਸ਼ੋ ਹੋਵੇਗਾ। ਸੋ ਨਾਓ ਵੀ ਹੈਵ ਥਰਡ ਤੇ ਡਾਟਾ ਟਾਈਪਸ। ਪ੍ਰੋਗਰਾਮਿੰਗ ਭਾਸ਼ਾ ਵਿੱਚ ਡਾਟਾ ਟਾਈਪਸ ਪਰਿਭਾਸ਼ਿਤ ਮੁੱਲਾਂ ਦਾ ਇੱਕ ਸਮੂਹ ਹੁੰਦਾ ਹੈ। ਪੂਰਨ ਅੰਕ, ਫਲੋਟ, ਕਰੈਕਟਰ, ਸਟ੍ਰਿੰਗ, ਪੁਆਇੰਟਰ ਆਦਿ ਡਾਟਾ ਟਾਈਪਸ ਦੀਆਂ ਉਦਾਹਰਣਾਂ ਹਨ। ਕੁਝ ਨਿਰਧਾਰਿਤ ਡਾਟਾ ਟਾਈਪਸ ਹੀ ਸੀ ਭਾਸ਼ਾ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਆਮ ਤੌਰ 'ਤੇ ਡਾਟਾ ਟਾਈਪ ਦੀ ਸੀਮਾ ਜਾਂ ਲਿਮਟ ਸੀ ਭਾਸ਼ਾ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਇਹ ਡਾਟਾ ਦੀ ਟਾਈਪ ਦਾ ਸੰਕੇਤ ਦਿੰਦੇ ਹਨ ਜਿਹੜੇ ਵੇਰੀਏਬਲਸ ਦੁਆਰਾ ਗ੍ਰਹਿਣ ਕੀਤੇ ਜਾਂਦੇ ਹਨ। ਡਾਟਾ ਅੰਕ ਵਿੱਚ ਜਾਂ ਗੈਰ ਅੰਕ ਵਿੱਚ ਹੋ ਸਕਦਾ ਹੈ। ਸੀ ਵਿੱਚ ਹੇਠ ਲਿਖੇ ਡਾਟਾ ਟਾਈਪਸ ਹੁੰਦੇ ਹਨ। ਬਿਲਟ-ਇਨ ਡਾਟਾ ਟਾਈਪਸ। ਨੰਬਰ 2 ਯੂਜ਼ਰ ਡਿਫਾਈਨਡ ਡਾਟਾ ਟਾਈਪਸ। ਸੋ ਇਹਨਾਂ ਨੂੰ ਯਾਦ ਰੱਖਣਾ ਹੈ। ਬਿਲਟ-ਇਨ ਡਾਟਾ ਟਾਈਪਸ ਐਂਡ ਯੂਜ਼ਰ ਡਿਫਾਈਨਡ ਡਾਟਾ ਟਾਈਪਸ ਇਨ ਸੀ ਲੈਂਗੁਏਜ। ਸੋ ਡੀਅਰ ਸਟੂਡੈਂਟਸ, ਜੇ ਤੁਸੀਂ ਮੇਰੇ ਲੈਕਚਰ ਦੇ ਵਿੱਚ ਕੋਈ ਪੁਆਇੰਟ ਨੋਟ ਕਰਨੇ ਚਾਹੁੰਦੇ ਤਾਂ ਕਰ ਸਕਦੇ ਹੋ ਫॉर द ਫਿਊਚਰ ਰੈਫਰੈਂਸ। ਸੋ ਡਾਟਾ ਟਾਈਪਸ ਤੁਹਾਨੂੰ ਅੱਗੇ ਵੀ ਦਿਖਾ ਰਹੇ ਹਾਂ। ਪ੍ਰਾਇਮਰੀ, secondary and user defined. In primary we have integer, character, float, boolean, void, and character. Under secondary we have array, function and pointer, and under user defined we have the structure, union and enum. So ਲਿਖਣਾ ਬੜੀ ਚੰਗੀ ਗੱਲ ਹੈ। ਮੇਨ ਪੁਆਇੰਟ ਤੁਸੀਂ ਨੋਟ ਕਰ ਸਕਦੇ ਹਾਂ so that we can recall in future. Built-in data types. ਇਹ ਸੀ ਦੀਆਂ ਬੁਨਿਆਦੀ ਡਾਟਾ ਟਾਈਪਸ ਹੁੰਦੀਆਂ ਹਨ ਅਤੇ ਇੱਕ ਮੁੱਲ ਨੂੰ ਗ੍ਰਹਿਣ ਕਰਦੀਆਂ ਹਨ ਜੋ ਕਿ ਹੇਠਾਂ ਦਿਖਾਈਆਂ ਗਈਆਂ ਹਨ। ਟਾਈਪਸ ਦੇ ਵਿੱਚ ਹੈਗਾ ਇੰਟੀਜਰ, ਦਾ ਕੀਵਰਡ INT, ਦਾ ਸਾਈਜ਼ ਇਜ਼ 2, ਦੈਨ ਕਰੈਕਟਰ ਉਸ ਦੀ ਟਾਈਪ
ਉਸ ਦਾ ਕੀਵਰਡ CHAR ਹੁੰਦਾ ਹੈ, ਉਹਦਾ ਸਾਈਜ਼ 1। ਨੈਕਸਟ ਰੀਅਲ ਫਲੋਟਿੰਗ ਪੁਆਇੰਟ, ਕੀਵਰਡ FLOAT that contains the fourth size, double precision double, the size is 8, non-specific is void। ਗੈਰ ਵਿਸ਼ੇਸ਼ ਨॉन ਸਪੈਸਿਫਿਕ ਡਾਟਾ ਟਾਈਪ ਕੇਵਲ ਇੱਕੋ ਹੀ ਹੁੰਦਾ ਹੈ ਜਿਸ ਨੂੰ C ਵਿੱਚ void ਕਿਹਾ ਜਾਂਦਾ ਹੈ, ਜੋ ਕਿਸੇ ਚੀਜ਼ ਨੂੰ ਨਿਸ਼ਚਿਤ ਨਹੀਂ ਕਰਦਾ। Integers, any integer number is sequence of digits without a decimal point, that is called integer without a decimal point। So dear students, कंप्यूटर साइंस या कंप्यूटर एजुकेशन एक प्रैक्टिकल बेस्ड सब्जेक्ट है। थ्योरी पार्ट भी इम्पोर्टेंट है बट प्रैक्टिकल पार्ट इज मोस्ट इम्पोर्टेंट इन आवर सब्जेक्ट। सो वी हैव द करैक्टर डाटा टाइप। CHAR एक कीवर्ड है जो कि करैक्टर टाइप डाटा ਨੂੰ ਦਰਸਾਉਂਦਾ ਹੈ। ਇਹ ਡਾਟਾ ਕਰੈਕਟਰ ਕਾਂਸਟੈਂਟ ਜਾਂ ਸਟ੍ਰਿੰਗ ਕਾਂਸਟੈਂਟ ਹੋ ਸਕਦਾ ਹੈ। ਕਰੈਕਟਰ ਕਾਂਸਟੈਂਟ ਉਹ ਹੁੰਦਾ ਹੈ ਜਿਸ ਵਿੱਚ ਕੋਈ ਵੀ ਇਕੱਲਾ ਕਰੈਕਟਰ ਡਬਲ ਇਨਵਾਈਟਡ ਕੌਮਾ ਦੇ ਵਿਚਕਾਰ ਲਿਖਿਆ ਜਾਂਦਾ ਹੈ। ਇਹ ਸਟੋਰੇਜ ਲਈ 8 ਬਿਟ ਲੈਂਦਾ ਹੈ। ਇਹ ਪੁਆਇੰਟ ਛੋਟੇ ਛੋਟੇ ਯਾਦ ਰੱਖਣੇ ਬੜੇ ਚੰਗੀ ਗੱਲ ਹੁੰਦੇ ਆ। ਇਹ ਕਿੰਨੇ ਬਿਟ ਲੈਂਦਾ ਹੈ? 8 ਬਿਟ। ਕਰੈਕਟਰ ਕਾਂਸਟੈਂਟ ਸਾਈਨਡ ਜਾਂ ਅਨਸਾਈਨਡ ਹੋ ਸਕਦੇ ਹਨ। ਸਾਈਨ ਕਰੈਕਟਰ ਮੁੱਲ -128 ਤੋਂ +127 ਤੱਕ ਅਤੇ ਅਨਸਾਈਨਡ ਕਰੈਕਟਰ ਵਾਲਾ ਕਰੈਕਟਰ 0 ਤੋਂ 255 ਤੱਕ ਹੁੰਦੇ ਹਨ। For example, CHAR, CH is equal to Y in double inverted commas followed by semicolon। So this is the vector data type। So double type ਇਹ ਇੱਕ ਕੀਵਰਡ ਹੈ ਜੋ ਡਬਲ ਪ੍ਰਸੀਜਨ ਜਾਂ ਡਬਲ ਸੁਨਿਸ਼ਚਿਤਤਾ ਫਲੋਟਿੰਗ ਪੁਆਇੰਟ ਨੰਬਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇੱਥੇ ਪ੍ਰਸੀਜਨ ਦਾ ਸੰਬੰਧ ਡਾਟਾ ਦੇ ਐਕੂਰੇਸੀ ਦੇ ਨਾਲ ਹੈ ਅਤੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਜ਼ਿਆਦਾ ਐਕੂਰੇਸੀ ਜਾਂ ਸ਼ੁੱਧਤਾ ਦੀ ਲੋੜ ਹੋਵੇ। ਆਮ ਤੌਰ 'ਤੇ ਇਹ ਡਬਲ ਫਲੋਟ ਦੇ ਬਰਾਬਰ ਹੁੰਦਾ ਹੈ, ਪਰੰਤੂ ਮਹੱਤਵਪੂਰਨ ਅੰਕਾਂ ਦੀ ਸੰਖਿਆ ਦਸ਼ਮਲਵ ਬਿੰਦੂ ਦੇ ਬਾਅਦ ਸਟੋਰ ਕੀਤੀ ਗਈ ਹੁੰਦੀ ਹੈ ਜੋ ਕਿ ਫਲੋਟ ਤੋਂ ਦੁੱਗਣਾ ਹੁੰਦੇ ਹਨ। ਫਲੋਟ ਆਮ ਤੌਰ 'ਤੇ ਦਸ਼ਮਲਵ ਬਿੰਦੂ ਦੇ ਵੱਧ ਤੋਂ ਵੱਧ ਬਾਅਦ ਵਿੱਚ 6 ਅੰਕ ਡਿਜਿਟ ਨੂੰ ਸਟੋਰ ਕਰ ਸਕਦੇ ਹਨ, ਪਰੰਤੂ ਡਬਲ ਦਸ਼ਮਲਵ ਬਿੰਦੂ ਦੇ ਬਾਅਦ ਦੇ 16 ਮਹੱਤਵਪੂਰਨ ਅੰਕ ਡਿਜਿਟ ਨੂੰ ਸਟੋਰ ਕਰਦੇ ਹਨ। ਸੋ ਡਬਲ ਦੇ ਵਿੱਚ ਪੁਆਇੰਟ ਤੋਂ ਬਾਅਦ 16 ਡਿਜਿਟ ਤੱਕ ਇਹ ਸਟੋਰ ਕਰ ਸਕਦਾ ਹੈ, ਪਰ ਫਲੋਟ ਦੇ ਵਿੱਚ ਪੁਆਇੰਟ ਤੋਂ ਬਾਅਦ 6 ਡਿਜਿਟ ਇਹ ਸਟੋਰ ਕਰ ਸਕਦਾ ਹੈ। ਜਦੋਂ ਵੱਧ ਐਕੂਰੇਸੀ ਚਾਹੀਦੀ ਹੈ ਤੇ ਵੀ ਯੂਜ਼ ਡਬਲ ਡਾਟਾ ਟਾਈਪ। ਸੋ ਨਾਓ ਵੀ ਹੈਵ ਦਾ void ਡਾਟਾ ਟਾਈਪ। C ਦੇ ਹਰ ਇੱਕ ਫੰਕਸ਼ਨ ਦੀ ਰਿਟਰਨ ਡਾਟਾ ਟਾਈਪ ਹੁੰਦੀ ਹੈ। ਇਹ ਰਿਟਰਨ ਡਾਟਾ ਟਾਈਪ ਵੀ ਇੱਕ ਤਰ੍ਹਾਂ ਦੀ ਡਾਟਾ ਟਾਈਪਿੰਗ ਹੁੰਦੀ ਹੈ ਜੋ ਕਿ ਫੰਕਸ਼ਨ ਦੇ ਵਾਪਸ ਕੀਤੇ ਹੋਏ ਮੁੱਲ ਨੂੰ ਦਰਸਾਉਂਦੀ ਹੈ। ਜੇਕਰ ਕੋਈ ਫੰਕਸ਼ਨ ਕਿਸੇ ਮੁੱਲ ਨੂੰ ਵਾਪਸ ਨਹੀਂ ਕਰਦਾ ਤਾਂ ਇਸ ਦੀ ਵਾਪਸੀ ਟਾਈਪ void ਮੰਨੀ ਜਾਵੇਗੀ। ਜਿਵੇਂ ਕਿ ਮੇਨ ਫੰਕਸ਼ਨ ਇੱਕ ਫੰਕਸ਼ਨ ਹੈ ਜਿੱਥੋਂ ਲਾਗੂ ਕਰਨ ਸ਼ੁਰੂ ਹੁੰਦਾ ਹੈ, ਮਤਲਬ ਪ੍ਰੋਗਰਾਮ ਇੱਥੋਂ ਸ਼ੁਰੂ ਹੁੰਦਾ ਹੈ। ਇਹ ਆਮ ਤੌਰ 'ਤੇ void ਟਾਈਪ ਨਾਲ ਡਿਕਲੇਅਰ ਹੁੰਦਾ ਹੈ। ਮੇਨ ਅੱਖਰ ਤੋਂ ਬਾਅਦ ਛੋਟੀ ਬ੍ਰੈਕਟ ਸ਼ੁਰੂ ਤੇ ਬੰਦ ਹੁੰਦੀ ਹੈ। ਇਹਨਾਂ ਬ੍ਰੈਕਟਾਂ ਦੇ ਵਿੱਚ ਜੇਕਰ ਕੁਝ ਹੋਵੇ ਤਾਂ ਉਹ ਫੰਕਸ਼ਨ ਦੀ ਰਸਮੀ ਆਰਗੂਮੈਂਟਸ ਅਖਵਾਉਂਦੀ ਹੈ। ਜੇਕਰ ਕੋਈ ਆਰਗੂਮੈਂਟਸ ਨਾ ਹੋਣ ਤਾਂ ਅਸੀਂ ਲਿਖਦੇ ਹਾਂ void। ਸੋ ਦਿਸ ਇਜ਼ ਦਾ void ਡਾਟਾ ਟਾਈਪ ਇਨ C, ਜਿਹੜਾ ਕਿ ਮੇਨ ਫੰਕਸ਼ਨ ਜਿੱਥੋਂ ਲਾਗੂ ਸ਼ੁਰੂ ਹੁੰਦਾ ਹੈ ਆਮ ਤੌਰ 'ਤੇ ਉੱਥੇ ਵਰਤਿਆ ਜਾਂਦਾ ਹੈ। ਸੋ ਨਾਓ fourth point is variables which can be changed is called a variable। ਇੰਟਰੋਡਕਸ਼ਨ ਦੇ ਵਿੱਚ ਅਸੀਂ ਪੜ੍ਹ ਰਹੇ ਹਾਂ। ਇਸ ਅਧਿਆਇ ਵਿੱਚ ਅਸੀਂ ਕੌਂਸਟੈਂਟ ਵੇਰੀਏਬਲ ਅਤੇ ਡਾਟਾ ਟਾਈਪਸ ਬਾਰੇ ਸਿੱਖਾਂਗੇ, ਜਿਸ ਵਿੱਚ ਵੇਰੀਏਬਲ ਟਾਈਪ ਜਿਵੇਂ ਕਿ ਸ਼ਾਰਟ ਇੰਟੀਜਰ, ਲੌਂਗ ਇੰਟੀਜਰ, ਡਬਲ, ਲੌਂਗ ਡਬਲ, ਕਰੈਕਟਰ ਆਦਿ ਦੀ ਮਦਦ ਨਾਲ ਵੇਰੀਏਬਲ ਦੇ ਨਾਮ ਅਤੇ ਕੌਂਸਟੈਂਟ ਨੂੰ ਪਰਿਭਾਸ਼ਿਤ ਕਰਨ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੋ ਡੀਅਰ ਸਟੂਡੈਂਟਸ, ਕੌਂਸਟੈਂਟ C ਵਿੱਚ ਇੱਕ ਕੌਂਸਟੈਂਟ ਦੇ ਮੁੱਲ ਕਦੇ ਨਹੀਂ ਬਦਲਦੇ। which cannot be changed is called a constant। ਅੱਖਰ, ਅੰਕ ਅਤੇ ਵਿਸ਼ੇਸ਼ ਚਿੰਨ੍ਹ ਜਦੋਂ ਇੱਕ ਐਕਸਪ੍ਰੈਸ਼ਨ ਵਿੱਚ ਸਹੀ ਰੂਪ ਵਿੱਚ ਮਿਲਦੇ ਹਨ ਤਾਂ ਕੌਂਸਟੈਂਟਸ ਵੇਰੀਏਬਲਸ ਅਤੇ ਕੀਵਰਡਸ ਦੇ ਰੂਪ ਵਿੱਚ ਬਦਲ ਜਾਂਦੇ ਹਨ। ਇਹ ਕੁਆਂਟਿਟੀ ਕੰਪਿਊਟਰ ਦੀ ਮੈਮਰੀ ਵਿੱਚ ਸਥਿਤ ਜਗ੍ਹਾ 'ਤੇ ਸਟੋਰ ਕੀਤੀ ਜਾਂਦੀ ਹੈ। ਵੇਰੀਏਬਲ ਨੂੰ ਇੱਕ ਅਜਿਹਾ ਨਾਮ ਸਮਝਣਾ ਚਾਹੀਦਾ ਹੈ ਜਿਹੜਾ ਮੈਮਰੀ ਵਿੱਚ ਉਸ ਸਥਿਤੀ ਨੂੰ ਦਿੱਤਾ ਜਾਏ ਜਿੱਥੇ ਕੌਂਸਟੈਂਟ ਸਟੋਰ ਕੀਤਾ ਗਿਆ ਹੋਵੇ। ਫੋਰ ਐਗਜ਼ਾਮਪਲ y is equal to 3.6 into x plus 8.3 ਸੈਮੀਕੋਲਨ। ਇੱਥੇ 3.6 and 8.3 ਬਦਲੇ ਨਹੀਂ ਜਾ ਸਕਦੇ।
ਕੌਂਸਟੈਂਟ ਕਿਹਾ ਜਾਂਦਾ ਹੈ, ਜਦ ਕਿ x ਐਂਡ y is called a variable ਜਿਹੜੇ ਇਸ ਵਿੱਚ ਇਹਨਾਂ ਦੀ ਵੈਲਿਊਜ਼ ਬਦਲ ਜਾਂਦੀਆਂ। In a simple language we can say which cannot be changed is called a constant. So here are the types of constants we are showing in a figure. C constant, we have a numeric constants and character constants. Under numeric constants we have a integer constants and real floating point constants. Under character constant we have a string constants and single character constant. So variable which can be changed is called a variable, which cannot be changed is called a constant. Now we have the numeric constant. ਇਹ numeric ਅੰਕਾਂ ਦੇ ਸਾਰ ਨਾਲ ਬਣੀ ਹੁੰਦੀ ਹੈ ਜਿਸ ਵਿੱਚ ਦਸ਼ਮਲਵ ਬਿੰਦੂ ਦਾ ਵਿਕਲਪ ਮੌਜੂਦ ਹੁੰਦਾ ਹੈ। ਪੂਰਨਾਂਕ numeric constant ਇਹ ਦਸ਼ਮਲਵ ਬਿੰਦੂ ਦੇ ਬਗੈਰ numeric ਅੰਕਾਂ ਦਾ ਸਾਰ ਹੁੰਦਾ ਹੈ। ਆਮ ਤੌਰ ਤੇ ਪੂਰਨਾਂਕ constant ਦਾ ਰੂਪ ਹੁੰਦਾ ਹੈ ਸਾਈਨ ਜਾਂ ਅੰਕ, ਜਿੱਥੇ ਸਾਈਨ ਵਿਕਲਪੀ ਹੈ, ਪਲੱਸ ਪੋਜ਼ਿਟਿਵ ਅੰਕ ਲਈ ਹੈ ਅਤੇ ਨੈਗੇਟਿਵ ਮਾਈਨਸ ਨੈਗੇਟਿਵ ਅੰਕ ਲਈ ਹੈ। ਡਿਜਿਟ ਅੰਕਾਂ ਦਾ ਕ੍ਰਮ ਸੀਕੁਐਂਸ ਡਿਜਿਟ, ਫॉर एग्जांपल +23, -3421, 9999 etc. ਰੀਅਲ ਫਲੋਟਿੰਗ ਪੁਆਇੰਟ ਕਾਂਸਟੈਂਟ numeric ਅੰਕਾਂ ਦੇ ਨਾਲ numeric ਅੰਕ numeric ਡਿਜਿਟ ਦਾ ਕ੍ਰਮ। ਫॉर एग्जांपल 19 ਪੂਰਨਾਂਕ ਕਾਂਸਟੈਂਟ, 40.78 ਫਲੋਟ ਕਾਂਸਟੈਂਟ। ਸੋ ਪੁਆਇੰਟ ਦੇ ਨਾਲ is a float constant. Now we have a character constants. ਚਿੰਨ੍ਹ ਕਾਂਸਟੈਂਟ ਪੂਰਨ ਅੰਕ ਮੁੱਲ ਹੁੰਦੇ ਹਨ ਅਤੇ ਇਕੱਲੇ ਕੋਟਸ ਦੇ ਅੰਦਰ ਦਿੱਤੇ ਜਾਂਦੇ ਹਨ। ਚਿੰਨ੍ਹ ਕਾਂਸਟੈਂਟ ਦਾ ਮੁੱਲ ਅਸਕਾਈ ਕਰੈਕਟਰ ਸੈੱਟ ਵਿੱਚ ਮਿਲਦੇ ਹਨ, ਜਿਸ ਤਰ੍ਹਾਂ ਕਿ ਕਰੈਕਟਰ ਕਾਂਸਟੈਂਟ ਕੈਪੀਟਲ A ਦੀ ਜੋ ਅਸਕਾਈ ਵੈਲਿਊ ਹੈ that is 65, ਕੈਪੀਟਲ V ਕਰੈਕਟਰ ਦੀ ਅਸਕਾਈ ਵੈਲਿਊ is 66 ਐਂਡ ਕਰੈਕਟਰ C ਕੈਪੀਟਲ ਲੈਟਰ ਦੀ ਜੋ ਅਸਕਾਈ ਵੈਲਿਊ that is 67। ਹੋਰ ਕਰੈਕਟਰ ਕਾਂਸਟੈਂਟ ਮੁੱਲਾਂ ਲਈ ਅਸਕਾਈ ਟੇਬਲ ਨੂੰ ਅਸੀਂ ਰੈਫਰ ਕਰ ਰਹੇ ਹਾਂ, ਜਿਹੜਾ ਕਿ ਤੁਹਾਡੀ ਸਕਰੀਨ ਤੇ ਇਸ ਟਾਈਮ ਦਿਖਾਈ ਦੇ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਵੀ ਕਰੈਕਟਰ ਦੀ ਅਸਕਾਈ ਵੈਲਿਊ ਫਾਈਂਡ ਕਰ ਸਕਦੇ ਹਾਂ। ਇਸ ਪ੍ਰੋਗਰਾਮ ਨੂੰ ਪ੍ਰੈਕਟੀਕਲ ਸੈਸ਼ਨ ਦੇ ਵਿੱਚ ਕਰਕੇ ਅਸੀਂ ਉਹ ਕਲੀਅਰ ਵੀ ਕਰ ਸਕਦੇ ਹਾਂ। ਸੋ ਇਸ ਨੂੰ ਫੋਲੋ ਕਰਕੇ ਅਸੀਂ ਕਿਸੇ ਵੀ ਕਰੈਕਟਰ ਦੀ ਵੈਦਰ ਕਰੈਕਟਰ ਇਜ਼ ਕੈਪੀਟਲ ਔਰ ਲੋਅਰ ਉਸ ਦੀ ਅਸਕਾਈ ਵੈਲਿਊ ਅਸੀਂ ਪ੍ਰਾਪਤ ਕਰ ਸਕਦੇ ਹਾਂ। ਨਾਓ ਵੀ ਹੈਵ ਅ ਸਟ੍ਰਿੰਗ ਕਾਂਸਟੈਂਟ। ਇਹ ਉਹ ਕਾਂਸਟੈਂਟ ਹੁੰਦੇ ਹਨ ਜੋ ਕਿ ਤਰਤੀਬ ਵਿੱਚ ਅਸਕਾਈ ਕਰੈਕਟਰ ਹੁੰਦੇ ਹਨ, ਜੋ ਕਿ ਡਬਲ ਕੋਟਸ ਦੇ ਵਿੱਚ ਦਿੱਤੇ ਜਾਂਦੇ ਹਨ। ਇਹਨਾਂ ਨੂੰ ਚਿੰਨ੍ਹ ਕਾਂਸਟੈਂਟ ਦਾ ਐਰੇ ਵੀ ਕਿਹਾ ਜਾਂਦਾ ਹੈ, ਜਿਸ ਦਾ ਅੰਤਿਮ ਚਿੰਨ੍ਹ \0 ਹੈ ਅਤੇ C ਕੰਪਾਈਲਰ ਵੱਲੋਂ ਆਪਣੇ ਆਪ ਸਿੰਗਲ ਸਟ੍ਰਿੰਗ ਦੇ ਅੰਤ ਤੇ ਰੱਖਿਆ ਜਾਂਦਾ ਹੈ। ਫॉर एग्जांपल is null string, this is C ਡਬਲ ਕੋਟੇਸ਼ਨ ਦੇ ਵਿੱਚ +x+2। ਟਾਈਪਸ ਆਫ C ਵੇਰੀਏਬਲਸ ਉਹ ਮਾਤਰਾ ਕੁਆਂਟੀ ਜੋ ਪ੍ਰੋਗਰਾਮ ਦੇ ਐਗਜੀਕਿਊਸ਼ਨ ਦੌਰਾਨ ਆਪਣੇ ਮੁੱਲਾਂ ਨੂੰ ਬਦਲ ਲੈਂਦੀਆਂ ਨੂੰ ਵੇਰੀਏਬਲ ਆਖਿਆ ਜਾਂਦਾ ਹੈ। We already told you that variables which can be changed is called variable. ਇਹ ਇੱਕ ਵਿਸ਼ੇਸ਼ ਮੈਮਰੀ ਸਥਿਤੀ ਦੀ ਪ੍ਰਤੀਨਿਧਤਾ ਕਰਦੇ ਹਨ ਜਿੱਥੇ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਫॉर एग्जांपल ਏਰੀਆ, ਨੇਮ, ਸਿਟੀ ਐਂਡ ਏਜ, these are the example of the variable ਜਿਹੜੀਆਂ ਕਿ ਕਦੇ ਵੀ ਚੇਂਜ ਹੋ ਸਕਦੀਆਂ ਹਨ। Now we have the delimiters. Delimiter ਇੱਕ ਚਿੰਨ੍ਹ ਹੁੰਦਾ ਹੈ ਜੋ ਕਿ ਪ੍ਰੋਗਰਾਮ ਦੇ ਬੁਨਿਆਦੀ ਐਲੀਮੈਂਟਸ ਦੀ ਸੀਮਾ ਨਿਸ਼ਚਿਤ ਕਰਦੇ ਹਨ। ਇਸ ਲਈ ਇਹਨਾਂ ਨੂੰ ਡੀਲਿਮਟਰ ਜਾਂ ਸੈਪਰੇਟਰਸ ਵੀ ਕਹਿੰਦੇ ਹਨ। ਇਹ ਕਾਂਸਟੈਂਟ ਵੇਰੀਏਬਲਸ ਅਤੇ ਸਟੇਟਮੈਂਟਸ ਨੂੰ ਪ੍ਰੋਗਰਾਮ ਦੇ ਵਿੱਚ ਵੱਖ ਕਰਦੇ ਹਨ, ਪਰੰਤੂ ਮੁੱਲ ਦੀ ਪ੍ਰਾਪਤੀ ਲਈ ਕਿਸੇ ਆਪਰੇਸ਼ਨ ਨੂੰ ਨਿਸ਼ਚਿਤ ਨਹੀਂ ਕਰਦੇ। ਸੀ ਲੈਂਗੁਏਜ ਸਿੰਟੈਂਸ, ਲੇਬਲ, ਐਰੇਜ਼ ਆਦਿ ਵਿਸ਼ੇਸ਼ ਚਿੰਨ੍ਹਾਂ ਦੁਆਰਾ ਅਲੱਗ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ ਡੀਲਿਮਟਰ ਕਹਿੰਦੇ ਹਨ। ਇਸ ਦੀਆਂ ਕੁਝ ਐਗਜ਼ਾਮਪਲਸ ਹਨ: ਹੈਸ਼ ਫॉर ਪ੍ਰੀ ਪ੍ਰੋਸੈਸਰ ਡਾਇਰੈਕਟਿਵਸ, ਕਾਮਾਸ ਫॉर ਵੇਰੀਏਬਲਸ, ਡੀਲਿਮਟਰ variable lists, curly braces used for block sentences, square braces, brackets used for arrays, parentheses used for expression, and colons used for label delimiter. So these are the examples for delimiters. So dear student, now we have the variables, the declaration. ਸਮੂਹ ਵੇਰੀਏਬਲਸ ਨੂੰ ਪ੍ਰੋਗਰਾਮ ਵਿੱਚ ਵਰਤਣ ਤੋਂ ਪਹਿਲਾਂ ਡਿਕਲੇਅਰ ਕੀਤਾ ਜਾਣਾ ਚਾਹੀਦਾ ਹੈ। ਡਿਕਲੇਅਰ ਕਰਨ ਦਾ ਮੂਲ ਉਦੇਸ਼ ਇਹਨਾਂ ਵੇਰੀਏਬਲਸ ਦੇ ਲੋੜੀਂਦੀ ਮੈਮਰੀ ਦੀ ਮਾਤਰਾ
ਨੂੰ ਨਿਸ਼ਚਿਤ ਕਰਨਾ ਹੁੰਦਾ ਹੈ ਤਾਂ ਜੋ ਵੇਰੀਏਬਲ ਦੇ ਮੁੱਲ ਜਾਂ ਮੁੱਲਾਂ ਨੂੰ ਸਟੋਰ ਕੀਤਾ ਜਾ ਸਕੇ। ਡੈਕਲੇਰੇਸ਼ਨ ਸੀ ਪ੍ਰੋਗਰਾਮ ਦੇ ਡੈਕਲੇਰੇਸ਼ਨ ਹਿੱਸੇ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਇਹ ਸੀ ਦਾ ਸਿਧਾਂਤ ਅਤੇ ਇਸ ਦਾ ਸਿੰਟੈਕਸ ਹੈ। ਡਾਟਾ ਅੰਡਰਸਕੋਰ ਟਾਈਪ ਵੇਰੀਏਬਲ ਲਿਸਟ ਐਂਡ ਸੈਮੀਕੋਲਨ। ਡਾਟਾ ਟਾਈਪ ਇਨ ਸੀ ਇਹ ਬੁਨਿਆਦੀ ਡਾਟਾ ਟਾਈਪਸ ਹਨ ਜਿਵੇਂ ਫਲੋਟ, ਕਰੈਕਟਰ, ਇੰਟੀਜਰ ਐਂਡ ਡਬਲ, ਜਿਹੜਾ ਕਿ ਆਲਰੇਡੀ ਅਸੀਂ ਪ੍ਰੀਵੀਅਸ ਸਲਾਈਡ ਦੇ ਵਿੱਚ ਹੀ ਪੜ੍ਹ ਚੁੱਕੇ ਹਾਂ। ਵੇਰੀਏਬਲ ਲਿਸਟ ਡਾਟਾ ਟਾਈਪ ਕਿਸਮ ਦੀ ਇੱਕ ਜਾਂ ਇੱਕ ਤੋਂ ਜ਼ਿਆਦਾ ਵੇਰੀਏਬਲਸ ਹਨ ਅਤੇ ਇਹ ਵੇਰੀਏਬਲਸ ਅਰਧ ਵਿਰਾਮ ਦੁਆਰਾ ਵੱਖ ਹੋਣੀਆਂ ਚਾਹੀਦੀਆਂ ਹਨ। ਸੋ ਡੀਅਰ ਸਟੂਡੈਂਟ, ਨਾਓ ਵੀ ਹੈਵ ਅ ਸੈਮੀਕੋਲਨ। ਇੱਕ ਡੈਕਲੇਰੇਸ਼ਨ ਦਾ ਡੀਲਿਮਟਰ ਹੈ। ਅਸਾਈਨਿੰਗ ਮੁੱਲ ਵੇਰੀਏਬਲਸ ਨੂੰ ਮੁੱਲ ਦੇਣ ਵਾਲੀ ਪ੍ਰਕਿਰਿਆ ਨੂੰ ਮੁੱਲਾਂ ਦੀ ਅਸਾਈਨਮੈਂਟ ਕਿਹਾ ਜਾਂਦਾ ਹੈ ਅਤੇ ਇਹ ਅਸਾਈਨਮੈਂਟ ਆਪਰੇਟਰ ਇਕੁਅਲ ਦੁਆਰਾ ਕੀਤੀ ਜਾਂਦੀ ਹੈ। ਇਸ ਦਾ ਸਿੰਟੈਕਸ ਹੈ ਵੇਰੀਏਬਲ ਅੰਡਰਸਕੋਰ ਨੇਮ ਇਜ਼ ਇਕੁਅਲ ਟੂ ਵੈਲਿਊ ਐਂਡ ਫੋਲੋਡ ਬਾਏ ਸੈਮੀਕੋਲਨ। ਵੇਰੀਏਬਲ ਅੰਡਰਸਕੋਰ ਨੇਮ ਇਹ ਮੈਮਰੀ ਸਥਿਤੀ ਪ੍ਰਤੀਨਿਧਤਾ ਕਰਦੇ ਹਨ ਜਿੱਥੇ ਮੁੱਲ ਸਟੋਰ ਕੀਤਾ ਗਿਆ ਹੋਣਾ ਚਾਹੀਦਾ ਹੈ। ਫੋਰ ਐਗਜ਼ਾਮਪਲ int I is equal to 0 semicolon, character ch is equal to ਸਿੰਗਲ ਕੋਮਾ ਦੇ ਵਿੱਚ ਇਹ ਕੋਲਨ ਇਹ ਬਰਾਬਰ ਹੈ ਇੰਟੀਜਰ i semicolon character ch ਕੋਲਨ semicolon I is equal to 0 ਕੋਲਨ semicolon ch a ਸਿੰਗਲ ਕੋਮਾ ਦੇ ਵਿੱਚ followed by semicolon। ਮਾਈ ਡੀਅਰ ਸਟੂਡੈਂਟ, +1 ਦੇ ਵਿੱਚ ਅਸੀਂ ਇਹ ਸਾਰਾ ਕੁਝ ਆਲਰੇਡੀ ਪੜ੍ਹ ਚੁੱਕੇ ਹਾਂ। ਸੋ ਦਿਸ ਇਜ਼ ਓਨਲੀ ਦਾ ਰਿਵਿਊ। ਵੇਰੀਏਬਲ ਵਿੱਚ ਕੌਂਸਟੈਂਟ ਸਟੋਰ ਕਰਨਾ ਇਹ ਕੌਂਸਟੈਂਟ ਮੋਡੀਫਾਇਰ ਦੀ ਵਰਤੋਂ ਦੁਆਰਾ ਕੀਤਾ ਜਾ ਸਕਦਾ ਹੈ ਜਿਹੜਾ ਡੈਕਲੇਰੇਸ਼ਨ ਸਟੇਟਮੈਂਟ ਵਿੱਚ ਨਿਮਨਲਿਖਤ ਅਨੁਸਾਰ ਵੇਰੀਏਬਲ ਨਾਮ ਤੋਂ ਪਹਿਲਾਂ ਹੁੰਦਾ ਹੈ। ਕੌਂਸਟੈਂਟ ਟਾਈਪ ਵੇਰੀਏਬਲ ਨੇਮ ਇਜ਼ ਇਕੁਅਲ ਟੂ ਵੈਲਿਊ ਫੋਲੋਡ ਬਾਈ ਸੈਮੀਕੋਲਨ, ਜਿੱਥੇ ਟਾਈਪ ਇੱਕ ਟਾਈਪ ਦਾ ਸਧਾਰਨ ਡਾਟਾ ਟਾਈਪ ਹੁੰਦਾ ਹੈ, ਮੁੱਲ ਕੌਂਸਟੈਂਟ ਹੁੰਦਾ ਹੈ ਅਤੇ ਇਹ ਵੇਰੀਏਬਲ ਨੇਮ ਵਿੱਚ ਸਟੋਰ ਕੀਤਾ ਜਾਵੇਗਾ। ਫੋਰ ਐਗਜ਼ਾਮਪਲ ਕੌਂਸਟੈਂਟ ਫਲੋਟ ਪਾਈ ਇਜ਼ ਇਕੁਅਲ ਟੂ 3.1428 ਸੈਮੀਕੋਲਨ, ਜਿੱਥੇ ਅਸੀਂ ਕਿਸੇ ਚੀਜ਼ ਦੀ ਵੈਲਿਊ ਫਿਕਸ ਕਰ ਦਿੰਦੇ ਹਾਂ ਉਹ ਇਸ ਦੇ ਵਿੱਚ ਅਸੀਂ ਸਟੋਰ ਕਰ ਰਹੇ ਹਾਂ। ਸੋ ਡੀਅਰ ਸਟੂਡੈਂਟਸ, ਨਾਲ ਦੀ ਨਾਲ ਤੁਸੀਂ ਪੁਆਇੰਟ ਨੋਟ ਕਰਦੇ ਜਾਓ। ਦੈਟ ਇਜ਼ ਗੁੱਡ ਫॉर द ਫਿਊਚਰ ਸੋ ਦੈਟ ਵੀ ਕੈਨ ਰੀਕਾਲ ਇਟ at any time. So written practice is always good. So last structure of C program in C program ਵਿੱਚ ਪ੍ਰੋਗਰਾਮ ਬਣਾਉਣਾ ਸਾਡੇ ਲਈ ਮੁਸ਼ਕਿਲ ਕੰਮ ਹੋ ਜਾਂਦਾ ਹੈ ਜੇਕਰ ਸਾਨੂੰ C ਦੇ ਮੁੱਢਲੇ ਢਾਂਚੇ ਜਾਂ ਸਟਰਕਚਰ ਦੀ ਪੂਰੀ ਜਾਣਕਾਰੀ ਨਾ ਹੋਵੇ। C ਦੇ ਮੁੱਢਲੇ ਢਾਂਚੇ ਨੂੰ ਸਮਝਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਸਿੱਖ ਸਕੋਗੇ ਕਿ C ਪ੍ਰੋਗਰਾਮ ਦਾ ਮੁੱਢਲਾ ਢਾਂਚਾ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਤੁਸੀਂ ਆਸਾਨੀ ਨਾਲ C ਵਿੱਚ ਪ੍ਰੋਗਰਾਮ ਬਣਾਉਣੇ ਲੱਗ ਜਾਓਗੇ। You will feel comfortable after understand the data structure in C. So ਇਸ ਡਾਇਗਰਾਮ ਦੇ ਵਿੱਚ ਪਿਕਚਰ ਦੇ ਵਿੱਚ ਤੁਹਾਨੂੰ ਉਸ ਦਾ ਬੇਸਿਕ ਫਲੋ ਵੀ ਦਿਖਾਇਆ ਗਿਆ। ਨੰਬਰ 1 ਤੇ ਡਾਕੂਮੈਂਟ ਸੈਕਸ਼ਨ, ਉਸ ਤੋਂ ਬਾਅਦ ਫਲੋ ਹੈ ਡੈਫੀਨੇਸ਼ਨ ਸੈਕਸ਼ਨ, then we have a main function, then we have an for position processor link section, global declaration section, user defined section, main function declaration section। ਇਸ ਸਟਰਕਚਰ ਨੂੰ ਅਸੀਂ ਫੋਲੋ ਕਰਕੇ ਈਜ਼ੀਲੀ ਹੀ ਪ੍ਰੋਗਰਾਮ ਡਿਜ਼ਾਈਨ ਕਰ ਸਕਦੇ ਹਾਂ। ਮਾਈ ਡੀਅਰ ਸਟੂਡੈਂਟ, ਕਿਸੇ ਵੀ ਚੀਜ਼ ਨੂੰ ਸਿੱਖਣ ਦੇ ਲਈ ਸਾਨੂੰ ਉਸਦੇ ਕਨਸੈਪਟ ਕਲੀਅਰ ਕਰਨੇ ਬੜੇ ਜ਼ਰੂਰੀ ਹੁੰਦੇ ਹਨ। ਅਗਰ ਸਾਡੇ ਕਨਸੈਪਟ ਕਲੀਅਰ ਨਹੀਂ ਹੋਣਗੇ ਤਾਂ ਫਿਊਚਰ ਵਿੱਚ ਸਾਨੂੰ ਬੜੀ ਮੁਸ਼ਕਿਲ ਆਏਗੀ, ਫਿਰ ਸਾਨੂੰ ਦੁਬਾਰਾ ਪੁਰਾਣੀਆਂ ਬੁੱਕਸ ਨੂੰ ਜਾਂ ਚੈਪਟਰ ਨੂੰ ਰੀਕਾਲ ਕਰਨਾ ਪੈਂਦਾ ਹੈ। ਸੋ ਲਿਸਨ ਮੀ ਵੈਰੀ ਮਿਨਿਊਟਲੀ। ਨਾਓ ਵੀ ਹੈਵ ਦ 7 ਪਾਰਟਸ ਆਫ the basic structure of C program that we have already discussed in previous slide also। number 1 document section ਹੁੰਦਾ ਹੈ C structure program ਦਾ। ਉਸ ਤੋਂ ਬਾਅਦ we have the preprocessor ਜਾਂ link section, then we have the definition section। ਉਸ ਤੋਂ ਬਾਅਦ declaration section ਹੁੰਦਾ ਹੈ global function declaration section 5th position ਤੇ ਹੁੰਦਾ ਹੈ। then we have the main function, ਜਿੱਥੋਂ function ਸਾਡੇ ਸਟਾਰਟ ਹੁੰਦੇ ਹਨ। then we have number 7 position is user defined function and section। ਇਹ ਜੋ ਹੈ ਸੀਕੁਐਂਸ ਹੁੰਦਾ ਹੈ ਕਿਸੇ ਵੀ C ਪ੍ਰੋਗਰਾਮ ਦੇ ਸਟਰਕਚਰ ਦਾ। ਇਸ ਸਲਾਈਡ ਦੇ ਵਿੱਚ ਵੀ ਤੁਹਾਨੂੰ ਫਿਰ ਦੁਬਾਰਾ ਤੋਂ ਸਮਝਾ ਰਹੇ ਹਾਂ ਕਿ
C ਦਾ ਸਟਰਕਚਰ ਪ੍ਰੋਗਰਾਮਿੰਗ ਕਿਸ ਤਰ੍ਹਾਂ ਦਾ ਹੁੰਦਾ ਹੈ। ਨੰਬਰ 1 ਤੇ ਦੇਖੋ ਕਿੰਨੇ ਸੋਹਣਾ ਡਿਜ਼ਾਈਨ ਕਰਕੇ ਤੁਹਾਨੂੰ ਦਿਖਾਇਆ ਗਿਆ। ਨੇਮ ਆਫ ਪ੍ਰੋਗਰਾਮ ਦੈਟ ਇਜ਼ ਕਾਲਡ ਡਾਕੂਮੈਂਟੇਸ਼ਨ ਸੈਕਸ਼ਨ। ਸਟੈਂਡਰਡ ਇਨਪੁਟ ਆਊਟਪੁੱਟ ਡਾਟ ਐਚ ਔਰ ਕੋਨੀਓ ਡਾਟ ਐਚ ਜੋ ਹੈਡਰ ਫਾਈਲਸ ਹਨ ਮੈਥ ਵਾਲੀ ਜਾਂ ਸਟੈਂਡਰਡ ਇਨਪੁਟ ਆਊਟਪੁੱਟ ਵਾਲੀ। ਮੈਥ ਡਾਟ ਐਚ ਵੀ ਅਸੀਂ ਡਿਜ਼ਾਈਨ ਯੂਜ਼ ਕਰ ਸਕਦੇ ਹਾਂ। ਪ੍ਰੀ ਪ੍ਰੋਸੈਸਰ ਡਾਇਰੈਕਟਿਵ ਦੇ ਵਿੱਚ ਆਉਂਦੀਆਂ ਹਨ। ਦੈਨ ਵੀ ਹੈਵ ਹੈਸ਼ਟੈਗ ਡਿਫਾਈਨ ਮੈਕਸੀਮਮ 100 ਡੈਫੀਨੇਟ ਸੈਕਸ਼ਨ ਕਹਿਲਾਉਂਦਾ ਹੈ। void add integer x equal to 100 ਇਹ ਗਲੋਬਲ ਡੈਕਲੇਰੇਸ਼ਨ ਸੈਕਸ਼ਨ ਜਿੱਥੇ ਅਸੀਂ ਵੇਰੀਏਬਲ ਡਿਕਲੇਅਰ ਕਰਦੇ ਹਾਂ। ਦੈਨ ਵੀ ਹੈਵ ਇੰਟੀਜਰ ਮੇਨ ਜੋ ਮੇਨ ਫੰਕਸ਼ਨ ਹੈ ਐਂਟਰੀ ਪੁਆਇੰਟ ਹੈ ਪ੍ਰੋਗਰਾਮ ਦਾ। ਦੈਨ ਵੀ ਹੈਵ ਕੱਲੀ ਬ੍ਰੈਕਟ ਦੇ ਵਿੱਚ ਇੰਟੀਜਰ a is equal to 100 ਉਹ ਹੈ ਵੇਰੀਏਬਲ ਡੈਕਲੇਰੇਸ਼ਨ ਜਿੱਥੇ ਵੇਰੀਏਬਲ ਡਿਕਲੇਅਰ ਕੀਤੇ ਗਏ। printf hello main return 0 body of the main function। ਬ੍ਰੇਸਿਸ ਕਲੋਜ਼ ਕਰਨ ਤੋਂ ਬਾਅਦ ਹੈ void add printf ਜਿਹੜਾ ਕਿ ਸਕਰੀਨ ਤੇ ਅਸੀਂ ਪ੍ਰਿੰਟ ਕਰਾਉਣਾ ਹੈ printf ਨਾਲ ਯੂਜ਼ ਕਰਦੇ ਹਾਂ। hello add curly brace close that is called the function definition। so this is the basic structure of the C program ਜਿਹੜਾ ਕਿ ਅਸੀਂ ਬੜੇ ਹੀ ਧਿਆਨ ਨਾਲ ਤੁਹਾਨੂੰ ਸਮਝਾ ਰਹੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਇਸ ਨੂੰ ਬੜੀ ਅੱਛੀ ਤਰ੍ਹਾਂ ਫੋਲੋ ਕਰ ਰਹੇ ਹੋ। so my dear students, then we have header files। ਫਾਈਲ ਜੋ ਹੈਡਰ ਤੇ ਰੱਖੀਆਂ ਜਾਂਦੀਆਂ ਹਨ C ਪ੍ਰੋਗਰਾਮ ਦੇ ਮੇਨ ਤੋਂ ਪਹਿਲਾਂ ਨੂੰ ਹੈਡਰ ਫਾਈਲਾਂ ਕਿਹਾ ਜਾਂਦਾ ਹੈ। ਆਮ ਤੌਰ ਤੇ ਇਸ ਦੀ ਐਕਸਟੈਂਸ਼ਨ .h ਦੇ ਨਾਲ ਡਿਫਾਈਨ ਕੀਤੀ ਜਾਂਦੀ ਹੈ ਜਾਂ ਦਰਸਾਈ ਜਾਂਦੀ ਹੈ। ਇੱਕ ਪ੍ਰੋਗਰਾਮ ਵਿੱਚ ਕੋਈ ਰੇਖਾ ਜਿਹੜੀ ਹੈਸ਼ ਨਾਲ ਸ਼ੁਰੂ ਹੁੰਦੀ ਹੋਵੇ ਕੰਪਾਈਲਰ ਲਈ ਇੱਕ ਹਦਾਇਤ ਹੁੰਦੀ ਹੈ ਨਾ ਕਿ C ਭਾਸ਼ਾ ਵਿੱਚ ਇੱਕ ਅਸਲ ਸਟੇਟਮੈਂਟ। ਹੈਡਰ ਲਾਈਨਾਂ ਸਰੋਤ ਪ੍ਰੋਗਰਾਮ ਵਿੱਚ ਹੈਸ਼ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਜਿਸ ਵਿੱਚ ਸਟੇਟਮੈਂਟ ਸ਼ਾਮਲ ਹੁੰਦੀ ਹੈ ਇਸ ਲਈ ਹੈ ਸਟੇਟਮੈਂਟ ਇੱਕ ਪ੍ਰੀ ਪ੍ਰੋਸੈਸਰ ਸਟੇਟਮੈਂਟ ਹੁੰਦੀ ਹੈ ਜਿਹੜੀ ਪਹਿਲਾਂ ਤੋਂ ਹੀ ਡਿਫਾਈਨ ਕੀਤੀ ਗਈ ਹੁੰਦੀ ਹੈ ਦੈਟ ਇਜ਼ ਕਾਲਡ ਪ੍ਰੀ ਪ੍ਰੋਸੈਸਰ ਅਤੇ ਇਹ ਜ਼ਰੂਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਲਿਖੀ ਜਾਣੀ ਚਾਹੀਦੀ ਹੈ। ਹਰ ਇੱਕ ਹੈਡਰ ਫਾਈਲ ਵਿੱਚ ਕੁਝ ਸੰਬੰਧਿਤ ਲਾਇਬ੍ਰੇਰੀ ਫੰਕਸ਼ਨ ਲਈ ਡੈਕਲੇਰੇਸ਼ਨ ਹੁੰਦੇ ਹਨ। ਦਿਸ ਇਜ਼ ਦਾ ਹੈਡਰ ਫਾਈਲਸ ਜਿਸ ਦੀ ਐਕਸਟੈਂਸ਼ਨ .h ਨਾਲ ਦਰਸਾਈ ਜਾਂਦੀ ਹੈ। ਨਾਓ ਵੀ ਹੈਵ ਦਾ ਪ੍ਰੀ ਪ੍ਰੋਸੈਸਰ ਸਟੇਟਮੈਂਟਸ ਔਰ ਡਾਇਰੈਕਟਿਵਸ। ਕੰਪਾਈਲਿੰਗ ਦੇ ਸਮੇਂ ਕੁਝ ਪ੍ਰਕਿਰਿਆਵਾਂ C ਵਿੱਚ ਕੀਤੀਆਂ ਜਾਂਦੀਆਂ ਹਨ। ਉਹ ਕਮਾਂਡ ਜਿਹੜੀਆਂ ਅਜਿਹੀਆਂ ਪ੍ਰਕਿਰਿਆਵਾਂ ਕਰਦੀਆਂ ਹਨ ਨੂੰ ਪ੍ਰੀ ਪ੍ਰੋਸੈਸਰ ਨਿਰਦੇਸ਼ ਕਿਹਾ ਜਾਂਦਾ ਹੈ। ਇਹ ਆਪਸ਼ਨਲ ਵਜੋਂ ਪ੍ਰੋਗਰਾਮ ਵਿੱਚ ਮੌਜੂਦ ਹੁੰਦੀਆਂ ਹਨ। C ਪ੍ਰੋਗਰਾਮ ਕੰਪਾਈਲ ਕਰਨ ਤੋਂ ਪਹਿਲਾਂ C ਪ੍ਰੋਸੈਸਰ ਦੇ ਨਿਰਦੇਸ਼ ਲਾਗੂ ਕੀਤੇ ਜਾਂਦੇ ਹਨ। ਇਹ ਨਿਮਨਲਿਖਤ ਕਾਰਵਾਈਆਂ ਕਰਨ ਲਈ ਲਾਭਦਾਇਕ ਹੁੰਦੇ ਹਨ ਜਿਵੇਂ ਕਿ ਸਬਸਟੀਟਿਊਸ਼ਨ ਆਫ ਵੈਲਿਊਜ਼ ਇਨਕਲੂਡਿੰਗ ਫਾਈਲਸ ਕੰਡੀਸ਼ਨਲ ਕੰਪਾਈਲੇਸ਼ਨ। C ਨਾਲ 3 ਪ੍ਰਕਾਰ ਦੇ ਪ੍ਰੀ ਪ੍ਰੋਸੈਸਰ ਉਪਲਬਧ ਹੁੰਦੇ ਹਨ ਦੈਟ ਇਜ਼ include ਮੈਕਰੋ #define #if ਡਾਇਰੈਕਟਿਵਸ ਸਟੇਟਮੈਂਟ ਪ੍ਰੀ ਪ੍ਰੋਸੈਸਰ ਹੈਡਰ ਫਾਈਲ ਅਤੇ C ਪ੍ਰੋਗਰਾਮ ਵਿੱਚ ਚਿੰਨ੍ਹਾਤਮਕ ਸ਼ਾਮਲ ਕਰਨ ਲਈ ਨਿਰਦੇਸ਼ ਦਿੰਦੇ ਹਨ। So dear student, this is the pre-processor statement in C programming। So now कुछ है pre-processor statements। hash include standard input output .h for the standard input output function ਲਈ यूज़ ਕੀਤੀ ਜਾਂਦੀ ਹੈ। math.h for mathematical function ਜਦੋਂ ਅਸੀਂ ਮੈਥ ਦੇ ਨਾਲ ਰਿਲੇਟਡ ਕੋਈ ਪ੍ਰੋਗਰਾਮ ਬਣਾਉਣਾ ਹੈ ਤੇ ਅਸੀਂ ਇਸ ਫਾਈਲ ਨੂੰ ਯੂਜ਼ ਕਰਦੇ ਹਾਂ। string.h for string manipulation functions। then we have test.h for inclusion of header file test। then we have hashtag define null 0 for defining symbolic constant null is equal to 0। so these are the pre-processor statement which we are using in C programming। dear students, now we have compiling and execution of C program। C program ਦੇ ਕੰਪਾਈਲ ਦਾ ਭਾਵ ਹੈ ਇਸ ਨੂੰ ਮਸ਼ੀਨ ਭਾਸ਼ਾ ਵਿੱਚ ਬਦਲਣਾ। ਇਸ ਕੰਮ ਲਈ C ਕੰਪਾਈਲਰ ਸ਼ਾਮਲ ਕੀਤੇ ਜਾਂਦੇ ਹਨ। C ਪ੍ਰੋਗਰਾਮ ਕੰਪਾਈਲ ਕਰਨ ਲਈ ਇੱਕ ਐਡੀਟਰ ਦੀ ਵਰਤੋਂ ਨਾਲ ਟਾਈਪ ਕੀਤਾ ਜਾਣਾ ਚਾਹੀਦਾ ਹੈ। C ਕੰਪਾਈਲਰ ਐਡੀਟਰ ਦੇ ਨਾਲ ਜਾਂ ਉਹਨਾਂ ਤੋਂ ਬਿਨਾਂ ਉਪਲਬਧ ਹੁੰਦੇ ਹਨ। ਉਹ ਵਾਤਾਵਰਣ ਜਿੱਥੇ ਤੁਹਾਨੂੰ ਕੰਪਾਈਲਰ ਐਡੀਟਰ ਉਪਕਰਣ ਲਿੰਕਿੰਗ ਸਹੂਲਤਾਂ ਟ੍ਰੇਸਿੰਗ ਅਤੇ ਟੈਸਟਿੰਗ ਉਪਕਰਣ ਉਪਲਬਧ ਹੋਣ ਨੂੰ ਸੰਗਠਿਤ ਵਿਕਾਸ ਵਾਤਾਵਰਣ ਕਿਹਾ ਜਾਂਦਾ ਹੈ। ਸਾਡੇ ਕੋਲ ਕੰਪਾਈਲਰ ਹਨ ਟਰਬੋ C ਦੈਟ ਇਜ਼ TC ਆਲਸੋ ਵੋਲੈਂਟ C ਇਹ ਕੁਛ ਕੰਪਾਈਲਰ ਦੀਆਂ ਐਗਜ਼ਾਮਪਲਸ ਹਨ ਜਿਹੜਾ ਕਿ ਤੁਹਾਡੀ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿੱਚ ਬਦਲਣ ਦੇ
ਕੰਮ ਵਿੱਚ ਆਉਂਦੇ ਹਨ। So dear students, next we have 5 steps for basic program to make it successful. Number 1, program file ਬਣਾਉਣੀ, creating a program file. Number 2, program ਨੂੰ save ਕਰਨਾ, saving the program. Number 3, compilation, program ਨੂੰ compile ਕਰਨਾ so that your computer can understand your high level language to machine language ਦੇ ਟ੍ਰਾਂਸਫਰ ਕਰਨ ਲਈ ਕੰਪਾਈਲ ਯੂਜ਼ ਕੀਤੇ ਜਾਂਦੇ ਹਨ। ਲਿੰਕਿੰਗ ਸਿਸਟਮ ਲਾਇਬ੍ਰੇਰੀ ਫੰਕਸ਼ਨ, ਰਨਿੰਗ ਲਾਗੂ ਕਰਨ program, running executing program. So that's all. I am leaving now. So my dear student, this is all for the today's session. I hope you all understand each and every concept minutely. So thank you so much. Take care. Good day and goodbye.